जी आयां नूं प्यारे विद्यार्थियों सीनियर सैकेंडरी क्लासेस अर्थात 11वीं ਅਤੇ 12ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਇੰਗਲਿਸ਼ ਗ੍ਰਾਮਰ ਐਂਡ ਕੰਪੋਜੀਸ਼ਨ ਉਸ ਦਾ ਲੈਸਨ ਨੰਬਰ 6 ਟਰਾਂਸਫਾਰਮੇਸ਼ਨ ਆਫ ਸੈਂਟੈਂਸਸ ਉਸ ਦੀਆਂ ਅਗਲੀਆਂ ਦੋ ਐਕਸਰਸਾਈਜ਼ਸ 12 ਐਂਡ 13 ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਨੋਟਬੁੱਕ ਅਤੇ ਪੈਨ ਲੈ ਲਓ, ਸਾਰੇ ਆਨਸਰਸ ਨੂੰ ਨੋਟ ਡਾਊਨ ਕਰ ਲਓ, ਪਰ ਬਾਅਦ ਵਿੱਚੋਂ ਇਹਨਾਂ ਐਕਸਰਸਾਈਜ਼ਸ ਨੂੰ ਬਿਨਾਂ ਦੇਖੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ। ਸੋ ਆਓ ਸ਼ੁਰੂ ਕਰੀਏ। Exercise 12 ਕਹਿੰਦੀ transform the following compound sentences into complex sentences. He had lost the book and he has found it. ਅਰਥਾਤ ਉਹ ਆਪਣੀ ਕਿਤਾਬ ਗਵਾ ਚੁੱਕਾ ਸੀ ਅਤੇ ਉਹਨੇ ਉਹ ਕਿਤਾਬ ਲੱਭ ਲਈ ਹੈ। ਠੀਕ ਹੈ, ਸੋ ਇਹਨੂੰ ਕਰਾਂਗੇ he has found the book that he had lost. ਉਹ ਕਿਤਾਬ ਜਿਹੜੀ ਉਹ ਗਵਾ ਚੁੱਕਾ ਸੀ ਉਹਨੇ ਲੱਭ ਲਈ ਹੈ। ਠੀਕ ਹੈ, she read the letter and took off. ਉਹਨੇ ਚਿੱਠੀ ਪੜ੍ਹੀ ਤੇ ਫੁਰ ਹੋ ਗਈ, ਅਰਥਾਤ ਉੱਥੋਂ ਚਲੀ ਗਈ, took off. ਸੋ ਇਹਨੂੰ ਇੱਦਾਂ ਕਹਿ ਸਕਦੇ ਹਾਂ ਆਫਟਰ ਸ਼ੀ ਰੈਡ ਦ ਲੈਟਰ ਸ਼ੀ ਟੁਕ ਆਫ। ਮਤਲਬ ਚਿੱਠੀ ਪੜ੍ਹਨ ਤੋਂ ਬਾਅਦ ਉਹ ਚਲੀ ਗਈ। ਇਹ ਪਹਿਲੇ ਲਿਖ ਲਓ ਸ਼ੀ ਟੁਕ ਆਫ ਆਫਟਰ ਸ਼ੀ ਰੈਡ ਦ ਲੈਟਰ, ਅਰਥਾਤ ਚਿੱਠੀ ਪੜ੍ਹੇ ਜਾਣ ਤੋਂ ਮਗਰੋਂ ਚਲੀ ਗਈ, ਜਾਂ ਫਿਰ ਜਦੋਂ ਉਹਨੇ ਚਿੱਠੀ ਪੜ੍ਹੀ ਉਹ ਚਲੀ ਗਈ। ਵੈਨ ਸ਼ੀ ਰੈਡ ਦ ਲੈਟਰ ਸ਼ੀ ਟੁਕ ਆਫ, ਤੇ ਇਹਨੂੰ ਪਹਿਲੇ ਲਿਖ ਲਓ ਸ਼ੀ ਟੁਕ ਆਫ ਵੈਨ ਸ਼ੀ ਰੈਡ ਦ ਲੈਟਰ। ਯੂ ਮਸਟ ਰਨ ਔਰ ਯੂ ਵਿਲ ਮਿਸ ਦ ਮੀਟਿੰਗ। ਜਦੋਂ ਇੱਦਾਂ ਦੇਖੋ ਸ਼ਰਤ ਹੈਗੀ ਹੈ, ਤੁਹਾਨੂੰ ਦੌੜਨਾ ਚਾਹੀਦਾ ਹੈ, ਨਹੀਂ ਤੇ ਮੀਟਿੰਗ ਖੁੰਝ ਜਾਏਗੀ, ਮੀਟਿੰਗ ਮਿਸ ਕਰ ਦੋਗੇ। ਠੀਕ ਹੈ, ਸੋ ਅਨਲੈਸ ਯੂ ਰਨ ਯੂ ਵਿਲ ਮਿਸ ਦ ਮੀਟਿੰਗ, ਜਾਂ ਇਫ ਯੂ ਡੂ ਨਾਟ ਰਨ ਯੂ ਵਿਲ ਮਿਸ ਦ ਮੀਟਿੰਗ। ਤੇ ਇਸ ਸੈਕਸ਼ਨ ਨੂੰ ਪਹਿਲੇ ਲਿਖ ਲਓ, ਇਹ ਕਲੌਜ਼ ਨੂੰ, ਯੂ ਵਿਲ ਮਿਸ ਦ ਮੀਟਿੰਗ ਅਨਲੈਸ ਯੂ ਰਨ, ਜਾਂ ਯੂ ਵਿਲ ਮਿਸ ਦ ਮੀਟਿੰਗ ਇਫ ਯੂ ਡੂ ਨਾਟ ਰਨ। ਸੋ ਚਾਰੋਂ ਤਰੀਕਿਆਂ ਦੀ ਬੱਚਿਓ ਅਭਿਆਸ ਕਰ ਲਓ, ਤੁਹਾਡੇ ਲਈ ਵਧੀਆ ਹੈ। ਅੰਗਰੇਜ਼ੀ ਦੀ ਮੁਹਾਰਤ ਲਈ ਤੁਹਾਡੇ ਲਈ ਇਹ ਚਾਰੋਂ ਢੰਗ ਨਾਲ ਲਿਖ ਸਕਦੇ ਹਾਂ, ਤੇ ਚਾਰੋਂ ਠੀਕ ਨੇ, ਤੇ ਭਾਵ ਅਰਥ ਵਿੱਚ ਤੇ ਸੈਂਟੈਂਸ ਦੀ ਸੈਂਸ ਵਿੱਚ ਕੋਈ ਫਰਕ ਨਹੀਂ ਪੈਂਦਾ। ਦੀ ਨੇਸ਼ਨ ਕਾਲਸ ਅਸ ਐਂਡ ਵੀ ਮਸਟ ਰਿਸਪੌਂਡ। ਦੇਸ਼ ਸਾਨੂੰ ਪੁਕਾਰਦਾ ਹੈ, ਸੱਦਦਾ ਹੈ, ਤੇ ਸਾਨੂੰ ਹਾਜ਼ਰ ਹੋਣਾ ਚਾਹੀਦਾ ਹੈ, ਸਾਨੂੰ ਉਹਦੀ ਸੇਵਾ ਲਈ ਅਰਥਾਤ ਤਿਆਰ ਰਹਿਣਾ ਚਾਹੀਦਾ ਹੈ। ਵੈਨ ਦੀ ਨੇਸ਼ਨ ਕਾਲਸ ਅਸ ਵੀ ਮਸਟ ਰਿਸਪੌਂਡ, ਇੱਦਾਂ ਲਿਖ ਸਕਦੇ ਹਾਂ, ਜਾਂ ਵੀ ਮਸਟ ਰਿਸਪੌਂਡ ਵੈਨ ਦੀ ਨੇਸ਼ਨ ਕਾਲਸ ਅਸ। ਫਿਰ ਆ ਗਿਆ ਵੀ ਮਸਟ ਈਟ ਔਰ ਵੀ ਕੈਂਟ ਲਿਵ। ਸਾਨੂੰ ਖਾਣਾ ਖਾਣਾ ਪਏਗਾ, ਨਹੀਂ ਤੇ ਅਸੀਂ ਜੀ ਨਹੀਂ ਸਕਦੇ। ਠੀਕ ਹੈ, ਹੁਣ ਇਹ ਵੀ ਦੇਖੋ ਸ਼ਰਤ ਹੈਗੀ ਹੈ, ਖਾਣਾ ਖਾਣਾ, ਜੇ ਨਹੀਂ ਖਾਂਦੇ ਤੇ ਨਹੀਂ ਜੀਵਾਂਗੇ। ਸੋ ਇਹਨੂੰ ਵੀ ਅਨਲੈਸ ਔਰ ਇਫ ਵਰਤ ਕੇ ਅਸੀਂ ਇਹ ਮਤਲਬ ਕੀ ਲਿਖ ਸਕਦੇ ਹਾਂ, ਅਨਲੈਸ ਵੀ ਈਟ ਵੀ ਕੈਂਟ ਲਿਵ, ਇਫ ਵੀ ਡੂ ਨਾਟ ਈਟ ਵੀ ਕੈਂਟ ਲਿਵ। ਸੋ ਵੀ ਕੈਂਟ ਲਿਵ ਨੂੰ ਪਹਿਲੇ ਲਿਖ ਲਓ, ਵੀ ਕੈਂਟ ਲਿਵ ਅਨਲੈਸ ਵੀ ਈਟ, ਜਾਂ ਵੀ ਕੈਂਟ ਲਿਵ ਇਫ ਵੀ ਡੂ ਨਾਟ ਈਟ। ਠੀਕ ਹੈ, ਹੀ ਇਜ਼ ਅਨਵੈਲ ਹੀ ਡਜ਼ਨਟ ਰੈਸਟ। ਇਹ ਵੀ ਦੇਖੋ ਹੁਣ ਇਹ ਵਿਰੋਧੀ ਹੈ, ਹੀ ਇਜ਼ ਅਨਵੈਲ ਕੰਟਰੇਰੀ ਆਈਡੀਆ ਹੈਗਾ, ਵਿਰੋਧੀ ਵਿਚਾਰ ਹੈਗੇ ਨੇ। ਹੀ ਇਜ਼ ਅਨਵੈਲ, ਵੈਲ ਮੈਨੇ ਹੁੰਦਾ ਰਾਜੀ ਖੁਸ਼ੀ, ਅਨਵੈਲ ਮੈਨੇ ਬਿਮਾਰ, ਠੀਕ ਨਹੀਂ ਹੈਗਾ, ਉਹਦੀ ਸਿਹਤ ਢਿੱਲੀ ਹੈ, ਹੀ ਇਜ਼ ਅਨਵੈਲ। ਹੀ ਡਜ਼ਨਟ ਰੈਸਟ, ਉਹ ਆਰਾਮ ਨਹੀਂ ਕਰਦਾ। ਹੁਣ ਸਾਨੂੰ ਪਤਾ ਜਦੋਂ ਬੰਦਾ ਠੀਕ ਨਾ ਹੋਵੇ ਉਹਨੂੰ ਆਰਾਮ ਕਰਨਾ ਚਾਹੀਦਾ, ਤੇ ਜਦੋਂ ਉਹ ਠੀਕ ਨਹੀਂ ਹੈ, ਆਰਾਮ ਨਹੀਂ ਕਰਦਾ, ਤੇ ਦੋ ਗੱਲਾਂ ਵਿਰੋਧੀ ਨੇ। ਸੋ ਜਦੋਂ ਇੱਦਾਂ ਹੋਵੇ ਤੇ ਫਿਰ ਅਸੀਂ ਆਲਦੋ ਵਰਤਦੇ ਹਾਂ। ਆਲਦੋ ਬੱਚਿਓ ਜ਼ਿਆਦਾ ਫਾਰਮਲ ਹੈਗਾ, ਇਹ ਲਿਖਤੀ ਅੰਗਰੇਜ਼ੀ ਵਿੱਚ ਜ਼ਿਆਦਾ ਵਰਤਿਆ ਜਾਂਦਾ ਹੈ। ਦੋ ਜਿਹੜਾ ਹੈ ਇਹ ਵੀ ਲਿਖਤੀ ਵਿੱਚ ਵਰਤਿਆ ਜਾਂਦਾ ਹੈ, ਪਰ ਇਹ ਥੋੜ੍ਹਾ ਇਨਫੋਰਮਲ ਹੈ, ਤੇ ਨਾਲੇ ਬੋਲਚਾਲ ਦੀ ਬੋਲੀ 'ਚ ਵਰਤਿਆ ਜਾਂਦਾ ਹੈ। ਤੇ ਈਵਨ ਦੋ ਜਦੋਂ ਗੱਲ ਥੋੜ੍ਹੀ ਜ਼ੋਰ ਦੇ ਕੇ ਕਹਿਣੀ ਹੋਵੇ ਤਾਂ ਅਸੀਂ ਈਵਨ ਦੋ ਕਹਿੰਦੇ ਹਾਂ। ਸਿਰਫ ਦੇਖੋ ਇਹ ਤਿੰਨੋਂ ਸੈਂਟੈਂਸਾਂ ਵਿੱਚ ਸਿਰਫ ਪਹਿਲੇ ਦੋ ਆਲਦੋ, ਦੋ ਤੇ ਈਵਨ ਦੋ ਦਾ ਫਰਕ ਹੈ, ਬਾਕੀ ਸਾਰਾ ਸੈਂਟੈਂਸ ਉਹੀ ਹੈ। ਆਲਦੋ ਹੀ ਇਜ਼ ਅਨਵੈਲ ਹੀ ਡਜ਼ਨਟ ਰੈਸਟ, ਅਰਥਾਤ ਹਾਲਾਂਕਿ ਉਹ ਬਿਮਾਰ ਹੈ ਉਹ ਆਰਾਮ ਨਹੀਂ ਕਰਦਾ, ਜਾਂ ਭਾਵੇਂ ਉਹ ਬਿਮਾਰ ਹੈ ਉਹ ਆਰਾਮ ਨਹੀਂ ਕਰਦਾ। फिर आ गया 7वां सेंटेंस, ही मस्ट एडमिट हिज फॉल्ट और ही विल बी थ्रोन अवे। ਉਹਨੂੰ ਆਪਣੀ ਗਲਤੀ ਮੰਨਣੀ ਪਏਗੀ, ਜਾਂ ਉਹਨੂੰ ਆਪਣੀ ਗਲਤੀ ਮੰਨਣੀ ਚਾਹੀਦੀ ਹੈ, ਔਰ ਹੀ ਵਿਲ ਬੀ ਥ੍ਰੋਨ ਅਵੇ, ਨਹੀਂ ਤੇ ਉਹਨੂੰ ਕੱਢ ਦਿੱਤਾ ਜਾਏਗਾ। ਥ੍ਰੋਨ ਅਵੇ ਮਤਲਬ ਕਿ ਨੌਕਰੀ ਤੋਂ ਕੱਢਦਾ ਜਾਏਗਾ, ਜਾਂ ਸੰਸਥਾ ਤੋਂ ਕੱਢਦਾ ਜਾਏਗਾ, ਜਾਂ ਕੋਈ ਗਰੁੱਪ ਬਣਿਆ ਉਹ ਤੋਂ ਕੱਢ ਦਿੱਤਾ ਜਾਏਗਾ। ਥ੍ਰੋਨ ਅਵੇ, ਥ੍ਰੋਨ ਦਾ ਮਤਲਬ ਵੀ ਉਹਨੂੰ ਬਾਹਰ ਸੁੱਟ ਦਿੱਤਾ ਜਾਏਗਾ, ਅਖਰੀ ਅਰਥ ਹੈ ਪਰ ਇਹਦਾ ਮਤਲਬ ਕੱਢ ਦਿੱਤਾ ਜਾਏਗਾ। ਸੋ ਇੱਥੇ ਵੀ ਸ਼ਰਤ ਹੈਗੀ ਹੈ, unless he admits his fault, ਜਦੋਂ ਤਾਈਂ ਆਪਣੀ ਗਲਤੀ ਨਹੀਂ ਮੰਨਦਾ he will be thrown away। ਠੀਕ ਹੈ, if he doesn't admit his fault, ਜੇ ਆਪਣੀ ਗਲਤੀ ਨਹੀਂ ਮੰਨਦਾ he will be thrown away। ਜਾਂ ਫਿਰ ਇਸ ਚੀਜ਼ ਨੂੰ, ਇਸ ਕਲੌਜ਼ ਨੂੰ ਪਹਿਲੇ ਲਿਖ ਲਓ, he will be thrown away unless he admits his fault, ਜਾਂ he will be thrown away if he doesn't admit his fault। spare the rod and spoil the child। ਰੋਡ ਮੈਨ ਡੰਡਾ, spare the rod ਮੈਨੇ ਵੀ ਡੰਡੇ ਨੂੰ ਲਾਂਭੇ ਕਰ ਦਿਓ, ਅਰਥਾਤ ਬੱਚੇ ਨੂੰ ਝਿੜਕਣਾ ਬੰਦ ਕਰ ਦਿਓ, ਡਾਂਟਣਾ ਬੰਦ ਕਰ ਦਿਓ,
ਝਾੜ ਝੰਮ ਬੰਦ ਕਰ ਦਿਓ ਐਂਡ ਸਪੋਇਲ ਦਾ ਚਾਈਲਡ, ਤੇ ਨਿਆਣੇ ਨੂੰ ਵਿਗਾੜ ਲਓ। ਇਹ ਇੱਕ ਅਖਾਣ ਬਣਿਆ ਅੰਗਰੇਜ਼ੀ ਦਾ ਬਹੁਤ ਪੁਰਾਣਾ, ਠੀਕ ਹੈ। ਸੋ ਇਹਨੂੰ ਕਿੱਦਾਂ ਲਿਖਾਂਗੇ, ਇਫ ਯੂ ਸਪੇਅਰ ਦੀ ਰੋਡ ਯੂ ਵਿਲ ਸਪੋਇਲ ਦੀ ਚਾਈਲਡ, ਅਰਥਾਤ ਜੇ ਤੁਸੀਂ ਡੰਡਾ ਲਾਂਭੇ ਕਰਦਾ ਤੇ ਤੁਸੀਂ ਨਿਆਣੇ ਨੂੰ ਵਿਗਾੜ ਦੋਗੇ। ਇੱਥੇ ਡੰਡੇ ਦਾ ਮਤਲਬ ਕਿ ਅਖਰੀ ਅਰਥ ਨਹੀਂ ਹੈਗਾ ਡੰਡਾ, ਅਰਥਾਤ ਛੋਟੇ ਬੱਚੇ ਨੂੰ ਥੋੜ੍ਹੀ ਬਹੁਤ ਨਿਗਰਾਨੀ ਦੀ, ਉਹਨੂੰ ਅਨੁਸ਼ਾਸਨ ਵਿੱਚ ਲਿਆਉਣ ਦੀ, ਮਰਿਆਦਾ ਵਿੱਚ ਲਿਆਉਣ ਦਾ ਥੋੜ੍ਹਾ ਬਹੁਤ ਸਿਆਣਿਆਂ ਨੂੰ ਕੰਮ ਕਰਨਾ ਪੈਂਦਾ ਹੈ। ਹਲਕਾ ਫੁਲਕਾ ਉਹਨੂੰ ਡਾਂਟਣਾ ਵੀ ਪੈਂਦਾ ਹੈ, ਜਾਂ ਕਿਤੇ ਨਾ ਕਿਤੇ ਉਹਨੂੰ ਸਖਤੀ ਨਾਲ ਕਹਿਣਾ ਪੈਂਦਾ ਵੀ ਭਾਈ ਸਮਾਜ ਦੀ, ਘਰ ਦੀ ਮਰਿਆਦਾ ਹੈਗੀ ਹੈ ਤੇ ਤੇਰੀ ਸਾਰੀਆਂ ਜਿੱਦਾਂ ਜਿਹੜੀਆਂ ਨੇ ਉਹ ਭੁਗਾਈਆਂ ਨਹੀਂ ਜਾ ਸਕਦੀਆਂ, ਠੀਕ ਹੈ। ਸੋ ਇਹ ਜਦੋਂ ਇੱਦਾਂ ਗੱਲ ਕਰਨੀ ਹੈ ਫਿਰ ਅਸੀਂ ਕਹਿੰਦੇ ਵੀ ਇਫ ਯੂ ਸਪੇਅਰ ਦਾ ਰੋਡ ਯੂ ਵਿਲ ਸਪੋਇਲ ਦੀ ਚਾਈਲਡ, ਅਰਥਾਤ ਨਿਆਣਿਆਂ ਨੂੰ ਚਮਲਾਣਾ ਨਹੀਂ ਚਾਹੀਦਾ, ਨਿਆਣਿਆਂ ਨੂੰ ਭੂਹੇ ਨਹੀਂ ਚੜਾਉਣਾ ਚਾਹੀਦਾ, ਇਹਦਾ ਮਤਲਬ ਹੈ। ਟੇਕ ਕੇਅਰ ਆਫ ਯੂਰ ਹੈਲਥ ਯੂ ਵਿਲ ਲਿਵ ਲੌਂਗਰ, ਟੇਕ ਕੇਅਰ ਆਫ ਯੂਰ ਹੈਲਥ ਮਤਲਬ ਕਿ ਆਪਣੀ ਸਿਹਤ ਦਾ ਖਿਆਲ ਰੱਖੋ, ਯੂ ਵਿਲ ਲਿਵ ਲੌਂਗਰ, ਇਸ ਤਰ੍ਹਾਂ ਤੁਸੀਂ ਲੰਬੀ ਉਮਰ ਭੋਗੋਗੇ, ਜ਼ਿਆਦਾ ਸਾਲ ਜੀਓਗੇ। ਸੋ ਇਹਨੂੰ ਕਿੱਦਾਂ ਕਵਾਂਗੇ, ਇਫ ਯੂ ਟੇਕ ਕੇਅਰ ਆਫ ਯੂਰ ਹੈਲਥ ਯੂ ਵਿਲ ਲਿਵ ਲੌਂਗਰ, ਜੇ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖਿਆ ਤੁਸੀਂ ਲੰਬਾ ਜੀਓਗੇ। ਜਾਂ ਫਿਰ ਯੂ ਵਿਲ ਲਿਵ ਲੌਂਗਰ ਇਫ ਯੂ ਟੇਕ ਕੇਅਰ ਆਫ ਯੂਰ ਹੈਲਥ, ਇਸ ਚੀਜ਼ ਨੂੰ ਪਹਿਲੇ ਲਿਖ ਲਓ, ਇਹ ਬਾਅਦ ਚੋਂ ਲਿਖ ਲਓ, ਠੀਕ ਹੈ। ਇੱਥੇ ਕੌਮਾ ਆਏਗਾ, ਇੱਥੇ ਕੌਮਾ ਨਹੀਂ ਆਏਗਾ। ਅਗਰ 10ਵਾਂ, ਸ਼ੋ ਮੀ ਹਿਸ ਪਿਕਚਰ ਆਈ ਵਿਲ ਫਾਈਂਡ ਹਿਮ, ਮੈਨੂੰ ਉਹਦੀ ਫੋਟੋ ਦਿਖਾਓ ਮੈਂ ਉਹਨੂੰ ਲੱਭ ਲਿਆਵਾਂਗਾ। ਜਿੱਦਾਂ ਬੰਦਾ ਕੋਈ ਗੁਆਚਿਆ ਹੋਵੇ, ਹਨਾ, ਗੁਆਚੇ ਦੀ ਭਾਲ ਹੁੰਦੀ, ਜਿੱਦਾਂ ਅਖਬਾਰਾਂ 'ਚ ਵੀ ਆਉਂਦਾ, ਤੇ ਪੁਲਿਸ ਵਾਲੇ ਕੋਲ ਜਿਹੜੇ ਰਿਪੋਰਟ ਲਿਖਾਉਣ ਜਾਂਦੇ ਹੋ ਗੁਆਚੇ ਦੀ ਰਿਪੋਰਟ ਲਿਖਾਉਣ ਲਈ, ਮਿਸਿੰਗ ਪਰਸਨ ਦੀ, ਤੇ ਫਿਰ ਕਹਿੰਦੇ ਫੋਟੋ ਲਿਆਓ ਜੀ ਉਹਦੀ, ਅਸੀਂ ਲੱਭ ਲਿਆਵਾਂਗੇ। ਸੋ ਇਹਨੂੰ ਕਿੱਦਾਂ ਕਹਾਂਗੇ, ਇਫ ਯੂ ਸ਼ੋ ਮੀ ਹਿਸ ਪਿਕਚਰ ਆਈ ਵਿਲ ਫਾਈਂਡ ਹਿਮ, ਜੇ ਤੁਸੀਂ ਮੈਨੂੰ ਉਹਦੀ ਪਿਕਚਰ ਦਿਖਾਓ ਮੈਂ ਉਹਨੂੰ ਲੱਭ ਲਿਆਵਾਂਗਾ। ਇਹ ਪਹਿਲੇ ਲਿਖਿਆ ਜਾ ਸਕਦਾ ਹੈ, I will find him if you show me his picture। आ गई एक्सरसाइज 13, ट्रांसफॉर्म द फॉलोइंग कंपाउंड सेंटेंसेस इनटू कॉम्प्लेक्स सेंटेंसेस। वही सिरलेख है पहला वाला, ही मस्ट बी एडवाइज्ड और ही विल फाल्टर, ਉਹਨੂੰ ਸਲਾਹ ਦੇਣੀ ਪੈਣੀ ਹੈ, ਅਰਥਾਤ ਉਹਨੂੰ ਗਾਈਡ ਕਰਨਾ ਪੈਣਾ ਹੈ, ਉਹਨੂੰ ਕੋਈ ਨਾ ਕੋਈ ਮਸ਼ਵਰਾ ਦੇਣਾ ਪੈਣਾ ਹੈ, ਉਹਨੂੰ ਕੋਈ ਨਾ ਕੋਈ ਸੇਧ ਦੇਣੀ ਪੈਣੀ ਹੈ, ਔਰ ਹੀ ਵਿਲ ਫਾਲਟਰ, ਨਹੀਂ ਤਾਂ ਥਿੜਕ ਜਾਏਗਾ। ਫਾਲਟਰ ਮੈਨਾਂ ਥਿੜਕਣਾ, ਡਿੱਗੇ ਡੋਲੇ ਖਾਣਾ, ਦੁਚਿੱਤਾ ਹੋਣਾ, ਭਈ ਠੀਕ ਤਰ੍ਹਾਂ ਫੈਸਲਾ ਨਾ ਕਰ ਪਾਉਣਾ, ਠੀਕ ਹੈ। ਸੋ ਇਹਨੂੰ ਤੇ ਕਹਾਂਗੇ ਅਨਲੈਸ ਹੀ ਇਜ਼ ਐਡਵਾਈਜ਼ਡ, ਜਦ ਤੱਕ ਉਹਨੂੰ ਸਲਾਹ ਨਹੀਂ ਦਿੱਤੀ ਜਾਂਦੀ, ਹੀ ਵਿਲ ਫਾਲਟਰ। ਇਫ ਹੀ ਇਜ਼ ਨਾਟ ਐਡਵਾਈਜ਼ਡ ਹੀ ਵਿਲ ਫਾਲਟਰ, ਸੋ ਇਸ ਚੀਜ਼ ਨੂੰ, ਇਸ ਕਲੌਜ਼ ਨੂੰ ਪਹਿਲੇ ਲਿਖ ਸਕਦੇ ਹਾਂ, ਹੀ ਵਿਲ ਫਾਲਟਰ ਅਨਲੈਸ ਹੀ ਇਜ਼ ਐਡਵਾਈਜ਼ਡ, ਹੀ ਵਿਲ ਫਾਲਟਰ ਇਫ ਹੀ ਇਜ਼ ਨਾਟ ਐਡਵਾਈਜ਼ਡ, ਠੀਕ ਹੈ। ਅੱਗੇ ਚਲੀਏ, I must be informed about your loss or I shall not bother। I shall not bother मैंने मैं परवाह नहीं करांगा। I must be informed अर्थात मेरी जानकारी ਵਿੱਚ ਲਿਆਣਾ ਚਾਹੀਦਾ ਹੈ, about your loss ਤੁਹਾਡੇ ਨੁਕਸਾਨ ਬਾਰੇ, ਅਰਥਾਤ ਜਦੋਂ ਤਾਈਂ ਤੁਸੀਂ ਮੈਨੂੰ ਆਪਣੇ ਨੁਕਸਾਨ ਬਾਰੇ ਨਹੀਂ ਦੱਸੋਗੇ ਮੈਂ ਪਰਵਾਹ ਨਹੀਂ ਕਰਾਂਗਾ। ਜਿੱਦਾਂ ਬੰਦਾ ਕੋਈ ਬਿਜ਼ਨਸ ਵਿੱਚ ਕੋਈ ਗੱਲ ਹੋ ਰਹੀ ਹੈ, ਵਪਾਰ ਦੇ ਵਿੱਚ ਇਹਦਾ ਡੀਲਿੰਗ ਹੋ ਰਹੀ ਹੈ, ਤੇ ਕੋਈ ਕਹਿ ਰਿਹਾ ਭਾਈ ਵੀ ਮੈਂ ਅੰਤਰਜਾਮੀ ਤੇ ਹੈ ਨਹੀਂ, ਜਦ ਤੱਕ ਤੁਸੀਂ ਮੈਨੂੰ ਦੱਸੋਗੇ ਨਹੀਂ ਤੇ ਮੈਂ ਪਰਵਾਹ ਨਹੀਂ ਕਰਾਂਗਾ। ਵੀ ਜੇ ਤੁਹਾਡੀ ਕੋਈ ਸਮੱਸਿਆ ਹੈ, ਕੋਈ ਤੁਹਾਡਾ ਨੁਕਸਾਨ ਹੋਇਆ, ਕੋਈ ਲਾਸ ਹੋਇਆ, ਤੇ ਤੁਸੀਂ ਮੇਰੇ ਗਿਆਤ ਵਿੱਚ ਲਿਆਓ ਤੇ ਫਿਰ ਮੈਂ ਕੁਝ ਕਰਾਂਗਾ। ਜੇ ਤੁਸੀਂ ਗਿਆਤ ਵਿੱਚ ਨਹੀਂ ਲਿਆਓਗੇ ਆਈ ਸ਼ੈਲ ਨਾਟ ਬਾਦਰ, ਮੈਂ ਪਰਵਾਹ ਨਹੀਂ ਕਰਾਂਗਾ। ਸੋ ਇਸ ਗੱਲ ਨੂੰ ਅਸੀਂ, ਇਹ ਦੇਖੋ ਔਰ ਆ ਗਿਆ, ਇਹ ਤੇ ਕੰਪਾਊਂਡ ਸੈਂਟੈਂਸ ਹੈ, ਉਹਨਾਂ ਨੂੰ ਅਸੀਂ ਕਰਾਂਗੇ ਕੰਪਲੈਕਸ ਵਿੱਚ। ਸੋ ਇਹ ਕੰਪਲੈਕਸ ਵਿੱਚ ਅਨਲੈਸ ਯੂਜ਼ ਹੁੰਦਾ ਹੈ, ਅਨਲੈਸ, ਇਫ, ਸਾਰੇ ਵੈਨ, ਵੇਅਰ, ਵੈਰਐਵਰ, ਵੈਨਐਵਰ, ਇਹ ਸਾਰੇ ਯੂਜ਼ ਹੁੰਦੇ ਨੇ, ਆਲਦੋ, ਦੋ, ਈਵਨ ਦੋ। Unless I am informed about your loss, I shall not bother, इधर कर सकते हैं। या if I am not informed about your loss, I shall not bother, ते I shall not bother में पहले ले आ सकते हैं। I shall not bother unless I am informed about your loss। I shall not bother if I am not informed about your loss। ये चार तरीके ना कह सकते हैं। ਹੁਣ आ गया 3, he cares for me so I respect him। ਉਹ ਮੇਰਾ ਖਿਆਲ ਰੱਖਦਾ ਹੈ, ਇਸ ਲਈ ਮੈਂ ਉਹਦੀ ਰਿਸਪੈਕਟ ਕਰਦਾ ਹਾਂ, ਉਸਦਾ ਆਦਰ ਕਰਦਾ ਹਾਂ। ਸੋ ਇਹਨੂੰ ਕਿੱਦਾਂ ਕਹਿ ਸਕਦੇ ਹਾਂ, ਬਿਕੋਜ਼ ਹੀ ਕੇਅਰਸ ਫॉर ਮੀ, ਕਿਉਂਕਿ ਉਹ ਮੇਰਾ ਖਿਆਲ ਰੱਖਦਾ ਹੈ, ਆਈ ਰਿਸਪੈਕਟ ਹਿਮ, ਮੈਂ ਉਹਦੀ ਕਦਰ ਕਰਦਾ। ਤੇ ਬਿਕੋਜ਼ ਦੀ ਸਿੰਸ ਵੀ ਲਿਖ ਸਕਦੇ ਹਾਂ, ਐਜ਼ ਵੀ ਲਿਖ ਸਕਦੇ ਹਾਂ। ਸਿੰਸ ਹੀ ਕੇਅਰਸ ਫॉर ਮੀ ਆਈ ਰਿਸਪੈਕਟ ਹਿਮ, ਐਜ਼ ਹੀ ਕੇਅਰਸ ਫॉर ਮੀ ਆਈ ਰਿਸਪੈਕਟ ਹਿਮ, ਤੇ ਆਈ ਰਿਸਪੈਕਟ ਹਿਮ ਵਾਲਾ ਕਲੌਜ਼ ਪਹਿਲੇ ਲਿਖ ਸਕਦੇ ਹਾਂ। ਆਈ ਰਿਸਪੈਕਟ ਹਿਮ ਬਿਕੋਜ਼ ਹੀ ਕੇਅਰਸ ਫॉर ਮੀ, ਆਈ ਰਿਸਪੈਕਟ ਹਿਮ ਸਿੰਸ ਹੀ ਕੇਅਰਸ ਫॉर ਮੀ, ਆਈ ਰਿਸਪੈਕਟ ਹਿਮ ਐਜ਼ ਹੀ ਕੇਅਰਸ ਫॉर ਮੀ, ਠੀਕ ਹੈ। ਆਓ ਅੱਗੇ ਚਲੀਏ। ਸੋ ਇਹਨੂੰ 6 ਤਰੀਕੇ ਦੇ ਨਾਲ ਬੱਚੇ ਅਸੀਂ ਲਿਖ ਸਕਦੇ ਹਾਂ। ਰਾਈਟ ਐਜ਼ ਆਈ ਸੇ ਔਰ ਆਈ ਵਿਲ ਨਾਟ ਹੈਲਪ ਯੂ, ਰਾਈਟ ਲਿਖੋ ਐਜ਼ ਆਈ ਸੇ, ਜਿਵੇਂ ਮੈਂ ਤੁਹਾਨੂੰ ਕਹਿਣਾ, ਔਰ ਨਹੀਂ ਤੇ ਆਈ ਵਿਲ ਨਾਟ ਹੈਲਪ ਯੂ, ਮੈਂ ਤੁਹਾਡੀ ਮਦਦ ਨਹੀਂ ਕਰਾਂਗਾ। ਉਹਨੇ ਵੀ ਤੇ ਸ਼ਰਤ ਹੈਗੀ ਹੈ, ਠੀਕ ਹੈ। ਸੋ ਰਾਈਟ ਐਜ਼ ਆਈ ਸੇ, ਜਿਵੇਂ ਮੈਂ ਤੁਹਾਨੂੰ ਕਹਿਣਾ ਉਵੇਂ ਲਿਖੋ, ਨਹੀਂ ਤੇ ਮੈਂ ਤੁਹਾਡੀ ਮਦਦ ਨਹੀਂ ਕਰਾਂਗਾ। ਸੋ ਅਨਲੈਸ ਯੂ ਰਾਈਟ ਐਜ਼ ਆਈ ਸੇ, ਅਰਥਾਤ ਜੇ ਤੁਸੀਂ
मेरे दस्से अनुसार नहीं लिखते, आई विल नॉट हैल्प यू, मैं ਤੁਹਾਡੀ ਮਦਦ ਨਹੀਂ ਕਰਾਂਗਾ। ਇਫ ਯੂ ਡੂ ਨੋਟ ਰਾਈਟ ਐਜ਼ ਆਈ ਸੇ, ਉਹੀ ਗੱਲ ਹੈ, ਜਦੋਂ ਮੈਂ ਜਿੱਦਾਂ ਮੈਂ ਕਹਿੰਦਾ ਉੱਦਾਂ ਤੁਸੀਂ ਜੇ ਨਹੀਂ ਲਿਖਦੇ, ਆਈ ਵਿਲ ਨੋਟ ਹੈਲਪ ਯੂ, ਮੈਂ ਤੁਹਾਡੀ ਮਦਦ ਨਹੀਂ ਕਰਾਂਗਾ। ਸੋ ਇਹ ਆਈ ਵਿਲ ਨੋਟ ਹੈਲਪ ਯੂ ਵਾਲਾ ਕਲੌਜ਼ ਪਹਿਲੇ ਲੈ ਆਓ। ਆਈ ਵਿਲ ਨੋਟ ਹੈਲਪ ਯੂ ਅਨਲੈਸ ਯੂ ਰਾਈਟ ਐਜ਼ ਆਈ ਸੇ, आई विल नॉट हेल्प यू इफ यू डू नॉट राइट एज आई से। आगे चलिए, आ गया पंजवां सेंटेंस, शी रोट टू मी एंड आई रिस्पॉन्डेड इमीजिएटली। इमीजिएटली मैंने यकदम, रिस्पॉन्डेड मैंने जवाब दिता। शी रोट टू मी, उन्हें मैनू लिखिया, चिट्ठी लिखी, रुका लिखिया, सुनेहा लिखिया। शी रोट टू मी एंड आई रिस्पॉन्डेड इमीजिएटली, उन्हें मैनू लिखिया अते मैं यकदम ਉਹਦਾ ਜਵਾਬ ਦਿੱਤਾ। ਸੋ ਇਹਦਾ ਮਤਲਬ ਕਿ ਇੱਦਾਂ ਕਿੱਦਾਂ ਲਿਖਾਂਗੇ, ਵੈਨ ਸ਼ੀ ਰੋਟ ਟੂ ਮੀ, ਜਦੋਂ ਉਹਨੇ ਮੈਨੂੰ ਲਿਖਿਆ, ਆਈ ਰਿਸਪੌਂਡਡ ਇਮੀਡੀਏਟਲੀ, ਮੈਂ ਉਸੇ ਵੇਲੇ ਜਵਾਬ ਦਿੱਤਾ। ਆਈ ਰਿਸਪੌਂਡਡ ਇਮੀਡੀਏਟਲੀ ਪਹਿਲੇ ਲਿਖ ਸਕਦੇ ਹਾਂ, ਪਰ ਜ਼ਿਆਦਾਤਰ ਇਮੀਡੀਏਟਲੀ ਪਹਿਲੇ ਲਿਖਿਆ ਜਾਏਗਾ, ਰਿਸਪੌਂਡਡ ਤੋਂ ਪਹਿਲਾਂ ਲਿਖਿਆ ਜਾਏ। ਦੇਖੋ ਨਾ ਇੱਥੇ ਤੇ ਹੈਗਾ ਆਈ ਰਿਸਪੌਂਡਡ ਇਮੀਡੀਏਟਲੀ, ਪਰ ਜਦੋਂ ਇੱਦਾਂ ਲਿਖਾਂਗੇ ਥੋੜ੍ਹਾ ਜਿਹਾ ਇਹ ਬੱਚੋ ਇਹ ਚੀਜ਼ ਐਕਸਪੀਰੀਅੰਸ ਨਾਲ ਆਉਂਦੀ ਹੈ ਕਿ ਇਹ ਸਿੰਟੈਕਸ ਜਿਹੜਾ ਹੈ ਇੱਦਾਂ ਆਈ ਤੋਂ ਬਾਅਦ ਆਈ ਰਿਸਪੌਂਡਡ ਇਮੀਡੀਏਟਲੀ ਥੋੜ੍ਹਾ ਸਟਰਕਚਰ ਵਧੀਆ ਨਹੀਂ ਮੰਨਿਆ ਜਾਂਦਾ, ਠੀਕ ਨਹੀਂ, ਐਕਸੈਪਟੇਬਲ ਨਹੀਂ ਹੈਗਾ। ਸੋ ਅਸੀਂ ਕਹਿੰਦੇ ਹਾਂ ਆਈ ਇਮੀਡੀਏਟਲੀ ਰਿਸਪੌਂਡਡ, ਬਜਾਏ ਅਸੀਂ ਇੱਦਾਂ ਨਹੀਂ ਕਹਿੰਦੇ ਆਈ ਰਿਸਪੌਂਡਡ ਇਮੀਡੀਏਟਲੀ, ਇਹ ਥੋੜ੍ਹਾ ਅਜੀਬ ਜਿਹਾ ਲੱਗਦਾ ਹੈ, ਇਟ ਇਜ਼ ਨਾਟ ਕੰਸੀਡਰਡ ਐਜ਼ ਗੁੱਡ ਇੰਗਲਿਸ਼, ਠੀਕ ਹੈ। ਸੋ ਅਸੀਂ ਕਹਾਂਗੇ ਆਈ ਇਮੀਡੀਏਟਲੀ ਰਿਸਪੌਂਡਡ ਵੈਨ ਸ਼ੀ ਰੋਟ ਟੂ ਮੀ, ਮੈਂ ਯਕਦਮ ਜਵਾਬ ਦਿੱਤਾ ਜਦੋਂ ਉਹਨੇ ਮੈਨੂੰ ਲਿਖਿਆ। ਬੀ ਟਰੂਥਫੁਲ ਐਂਡ ਫੀਅਰ ਨਾਟ, ਅਰਥਾਤ ਸਚਿਆਰ ਬਣੋ। ਗੁਰੂ ਸਾਹਿਬ ਨੇ ਵੀ ਕਿਹਾ ਨਾ, ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ, ਸਚਿਆਰ ਬਣਨਾ ਚਾਹੀਦਾ ਸਾਨੂੰ, ਸੱਚ ਬੋਲਣਾ ਚਾਹੀਦਾ, ਹਮੇਸ਼ਾ ਝੂਠ ਨਹੀਂ ਬੋਲਣਾ ਚਾਹੀਦਾ, ਜੀਵਨ ਸੱਚਾ ਸੁੱਚਾ ਹੋਣਾ ਚਾਹੀਦਾ। ਸੱਚਾ ਔਰ ਹੈ ਸਭ ਕੋ ਉੱਪਰ ਸੱਚ ਆਚਾਰ, ਅਰਥਾਤ ਸੱਚ ਸਭ ਨਾਲੋਂ ਉੱਚੀ ਚੀਜ਼ ਹੈ, ਪਰ ਸੱਚ ਨਾਲੋਂ ਵੀ ਉੱਚੀ ਚੀਜ਼ ਹੈ ਸੱਚਾ ਸੁੱਚਾ ਜੀਵਨ, ਅਰਥਾਤ ਸੱਚ ਦੀਆਂ ਗੱਲਾਂ ਕਰਨੀਆਂ, ਸੱਚ ਨੂੰ ਪੜ੍ਹਨਾ, ਸੱਚ ਨੂੰ ਲਿਖਣਾ, ਸੱਚ ਬਾਰੇ ਲੈਕਚਰ ਦੇਣੇ, ਇਹ ਤਾਂ ਬੜੀ ਵਧੀਆ ਗੱਲ ਹੈ। ਪਰ ਉਸ ਤੋਂ ਵੀ ਵਧੀਆ ਗੱਲ ਹੈ ਜੇ ਉਹ ਸੱਚ ਸਾਡੇ ਜੀਵਨ ਵਿੱਚ ਆ ਜਾਵੇ ਤੇ ਫਿਰ ਸਾਰੇ ਡਰ ਦੂਰ ਹੋ ਜਾਂਦੇ ਨੇ। ਕਹਿੰਦੇ ਬੀ ਟਰੂਥਫੁਲ ਐਂਡ ਫੀਅਰ ਨਾਟ, ਅਰਥਾਤ ਕਹਿੰਦੇ ਸਚਿਆਰ ਬਣੋ ਤੇ ਫਿਰ ਨਾ ਡਰੋ। ਸੋ ਇਹਨੂੰ ਕਿੱਦਾਂ ਕਹਾਂਗੇ, ਇਫ ਯੂ ਆਰ ਟਰੂਥਫੁਲ, ਜੇ ਤੁਸੀਂ ਸਚਿਆਰ ਹੋ, ਯੂ ਨੀਡ ਨਾਟ ਫੀਅਰ, ਤੁਹਾਨੂੰ ਡਰਨ ਦੀ ਲੋੜ ਨਹੀਂ। ਜਾਂ ਇਹ ਪਹਿਲੇ ਲਿਖ ਲਵੋ, ਯੂ ਨੀਡ ਨਾਟ ਫੀਅਰ ਇਫ ਯੂ ਆਰ ਟਰੂਥਫੁਲ, ਠੀਕ ਹੈ। ਅੱਗੇ ਚਲਿਏ, ਕੀਪ ਕੁਆइट ਔਰ ਯੂ ਵਿਲ ਬੀ ਪਨਿਸ਼ਡ, ਅਰਥਾਤ ਚੁੱਪ ਦਾ ਦਾਨ ਬਖਸ਼ੋ, ਚੁੱਪ ਰਹੋ, ਰੌਲਾ ਨਾ ਪਾਓ, ਨਹੀਂ ਤੇ ਯੂ ਵਿਲ ਬੀ ਪਨਿਸ਼ਡ, ਤੁਹਾਨੂੰ ਸਜ਼ਾ ਦਿੱਤੀ ਜਾਏਗੀ। ਇੱਥੇ ਹੁਣ ਸ਼ਰਤ ਹੈਗੀ ਹੈ, ਸੋ ਅਨਲੈਸ ਯੂ ਕੀਪ ਕੁਆइट ਯੂ ਵਿਲ ਬੀ ਪਨਿਸ਼ਡ, ਜੇ ਤੁਸੀਂ ਚੁੱਪ ਨਹੀਂ ਰਹਿੰਦੇ ਯੂ ਵਿਲ ਬੀ ਪਨਿਸ਼ਡ, ਜਾਂ ਫਿਰ ਇੱਦਾਂ ਕਹਿ ਲਓ ਇਫ ਯੂ ਡੂ ਨਾਟ ਕੀਪ ਕੁਆइट ਯੂ ਵਿਲ ਬੀ ਪਨਿਸ਼ਡ, ਉਹੀ ਮਤਲਬ ਹੈ। ਇੱਥੇ ਅਨਲੈਸ ਹੈ, ਇਫ ਹੈ, ਪਰ ਨਾਲ ਫਿਰ ਨਾਟ ਆ ਜਾਂਦਾ, ਇਫ ਯੂ ਡੂ ਨਾਟ ਕੀਪ ਕੁਆइट, ਜੇ ਤੁਸੀਂ ਚੁੱਪ ਨਹੀਂ ਕਰਦੇ ਯੂ ਵਿਲ ਬੀ ਪਨਿਸ਼ਡ, ਤੁਹਾਨੂੰ ਸਜ਼ਾ ਦਿੱਤੀ ਜਾਏਗੀ। ਯੂ ਵਿਲ ਬੀ ਪਨਿਸ਼ਡ ਦਾ ਪਹਿਲੇ ਲੈ ਆਓ, ਯੂ ਵਿਲ ਬੀ ਪਨਿਸ਼ਡ ਅਨਲੈਸ ਯੂ ਕੀਪ ਕੁਆइट, you will be punished if you do not keep quiet। अठवां आ गया, we called the peon but she did not appear, ਅਸੀਂ ਚਪੜਾਸੀ ਨੂੰ ਸੱਦਿਆ, ਸੱਦਾ ਭੇਜਿਆ, but she did not appear, ਪਰ ਉਹ ਹਾਜ਼ਰ ਨਹੀਂ ਹੋਈ। ਹੁਣ ਇਹ ਕੀ ਹੈ, ਵਿਰੋਧੀ ਹੈਗਾ, ਸੱਦਿਆ ਤੇ ਆਉਣਾ ਚਾਹੀਦਾ ਸੀਗਾ, ਸੱਦਿਆ ਤੇ ਨਹੀਂ ਆਈ। ਫਿਰ ਅਸੀਂ ਕੀ ਕਰਦੇ ਹਾਂ, although, though, even though, ਮੈਂ ਪਹਿਲੇ ਦੱਸ ਚੁੱਕਾ, although ਫਾਰਮਲ ਹੈਗਾ, ਦੋ ਇਨਫੋਰਮਲ ਹੈਗਾ, ਈਵਨ ਦੋ ਥੋੜਾ ਸਟ੍ਰੈਸ ਦੇਣਾ ਹੋਵੇ, ਜ਼ੋਰ ਦੇਣਾ ਹੋਵੇ ਤਾਂ ਕਹੀਦਾ। ਸੋ although we called the peon she did not appear, though we called the peon she did not appear, even though we called the peon she did not appear। she did not appear ਪਹਿਲੇ ਲਿਖ ਸਕਦੇ ਹਾਂ, the peon did not appear although we called her, ਇਹਦੇ ਕੋਲ ਥੋੜਾ ਫਰਕ ਹੈ, ਨਹੀਂ ਕਿ she did not appear although we called the peon, ਇੱਦਾਂ ਨਹੀਂ, ਇਹ ਫਿਰ ਥੋੜਾ ਜਿਹਾ ਚੇਂਜ ਕਰਨਾ ਪਏਗਾ ਬੱਚੋ, ਤਜਰਬੇ ਨਾਲ ਆਉਂਦਾ, ਐਕਸਪੀਰੀਅੰਸ ਨਾਲ ਆਉਂਦਾ। ਤਾਂ ਹੀ ਇਹ ਜਿੰਨੀਆਂ ਐਕਸਰਸਾਈਜ਼, ਜਿੰਨੇ ਸੈਂਟੈਂਸਿਸ ਤੁਸੀਂ ਜਿੰਨੀ ਰੀਡਿੰਗ ਬਾਰ-ਬਾਰ ਕਰੋਗੇ ਤੁਹਾਨੂੰ ਨਵੀਂ ਗੱਲਾਂ ਦਾ ਪਤਾ ਲੱਗਦਾ ਜਾਏਗਾ। ਹੁਣ ਮੈਂ ਇੱਥੇ ਇੱਦਾਂ ਨਹੀਂ ਕਰ ਸਕਦਾ, she did not appear although we called the peon, ਇਹ ਥੋੜਾ ਅਜੀਬ ਜਿਹਾ ਲੱਗਦਾ ਹੈ, it is not good English। ਸੋ ਇੱਦਾਂ ਕਹਾਂਗੇ, the peon did not appear although we called her, the peon did not appear though we called her, the peon did not appear even though we called her। ਅੱਗੇ ਚਲਿਏ, 9th sentence ਆ ਗਿਆ, he worked very hard yet he did not top ਹਰ ਨਹੀਂ ਬੱਚਿਓ, ਹਿਜ਼ ਆਏਗਾ ਇੱਥੇ, ਹਿਜ਼ ਕਲਾਸ, ਇਹ ਦੇਖਿਆ ਗਲਤੀ ਹੋ ਗਈ ਇੱਥੇ, ਠੀਕ ਹੈ ਜੀ, ਹਿਜ਼ ਟਾਈਪਿੰਗ ਦੀ ਮਿਸਟੇਕ ਹੋ ਗਈ। ਹੀ ਵਰਕਡ ਵੈਰੀ ਹਾਰਡ, ਉਹਨੇ ਬੜੀ ਸਖਤ ਮਿਹਨਤ ਕੀਤੀ,
yet he did not top his class, फिर भी वो अपनी क्लास ਵਿੱਚ अव्वल नहीं आया। टॉप माने अव्वल, अव्वल ਹੁੰਦਾ ਪਹਿਲਾ, ਪਹਿਲਾ ਨੰਬਰ, ਉਹ अव्वल नहीं आया। ਸੋ ਇਹਨੂੰ ਕਿੱਦਾਂ ਕਹਾਂਗੇ, ਹੁਣ ਇਹ ਵੀ ਵਿਰੋਧੀ ਹੈ। ਸਖਤ ਮਿਹਨਤ ਕੀਤੀ ਤੇ ਅਵਲ ਆਉਣਾ ਚਾਹੀਦਾ ਸੀ, ਸਖਤ ਮਿਹਨਤ ਕੀਤੀ ਪਰ ਅਵਲ ਨਹੀਂ ਆਇਆ। ਫਿਰ ਜਦੋਂ ਇਹਦਾ ਵਿਰੋਧੀ ਵਿਚਾਰ ਹੋਣ ਫਿਰ ਅਸੀਂ although, though, even though ਵਰਤਦੇ ਹਾਂ। although he worked very hard he did not top his class, ਹਾਲਾਂਕਿ ਉਹਨੇ, although ਦਾ ਮਤਲਬ ਹੈ ਹਾਲਾਂਕਿ ਜਾਂ ਭਾਵੇਂ, ਭਾਵੇਂ ਉਹਨੇ ਸਖਤ ਮਿਹਨਤ ਕੀਤੀ ਉਹ ਅਵਲ ਨਹੀਂ ਆਇਆ। though he worked hard very hard, ਇੱਥੇ ਸੇਮ ਬੱਚਾ ਰਿਪੀਟ ਨਹੀਂ ਕਰਦਾ, although, though, even though ਇੱਕੋ ਗੱਲ ਹੈ, ਜਾਂ ਇਹ ਪਹਿਲੇ ਲਿਖ ਲਵੋ, he did not top his class although he worked very hard, he did not top his class though he worked very hard। ठीक है, आगे चलिए। he did not top his class even though he worked very hard। ਸੋ ਇਹਦਾ 6 ਢੰਗ ਦੇ ਨਾਲ ਅਸੀਂ ਇਸ ਸੈਂਟੈਂਸ ਨੂੰ ਕਹਿ ਸਕਦੇ ਹਾਂ। ਹੁਣ 10ਵਾਂ ਆਖਰੀ ਆ ਗਿਆ, he was unhappy with his boss, ਉਹ ਆਪਣੇ ਬੌਸ ਨਾਲ ਨਾ ਖੁਸ਼ ਸੀ, ਮਤਲਬ ਉਹਨੂੰ ਤਸੱਲੀ ਨਹੀਂ ਸੀ, ਸੰਤੁਸ਼ਟ ਨਹੀਂ ਸੀ, ਨਾ ਖੁਸ਼ ਸੀ। so he left the job, ਇਸ ਕਰਕੇ ਉਹਨੇ ਨੌਕਰੀ ਛੱਡ ਦਿੱਤੀ। ਹੁਣ ਇਹਨੂੰ ਕਿੱਦਾਂ ਕਹਾਂਗੇ, ਇਹ ਇੱਕ ਮਤਲਬ ਕਾਰਨ ਹੈ ਤੇ ਫਿਰ ਉਹਦਾ ਸਿੱਟਾ ਹੈ। ਠੀਕ ਹੈ, ਬਿਕੋਜ਼ ਹੀ ਵਾਜ਼ ਅਨਹੈਪੀ ਵਿਦ ਹਿਸ ਬੌਸ, ਕਿਉਂਕਿ ਉਹ ਆਪਣੇ ਬੌਸ ਨਾਲ ਨਾ ਖੁਸ਼ ਸੀ, ਹੀ ਲੈਫਟ ਦੀ ਜੌਬ। ਤੇ ਬਿਕੋਜ਼ ਦੀ ਜਗ੍ਹਾ ਮੈਂ ਤੁਹਾਨੂੰ ਦੱਸਿਆ ਸਿੰਸ ਵੀ ਲਿਖ ਸਕਦੇ ਹਾਂ ਤੇ ਐਜ਼ ਵੀ ਲਿਖ ਸਕਦੇ ਹਾਂ। ਸਿੰਸ ਹੀ ਵਾਜ਼ ਅਨਹੈਪੀ ਵਿਦ ਹਿਸ ਬੌਸ ਹੀ ਲੈਫਟ ਦਾ ਜੌਬ, ਐਜ਼ ਹੀ ਵਾਜ਼ ਅਨਹੈਪੀ ਵਿਦ ਹਿਸ ਬੌਸ ਹੀ ਲੈਫਟ ਦਾ ਜੌਬ। ਤੇ ਹੀ ਲੈਫਟ ਦਾ ਜੌਬ ਅਸੀਂ ਪਹਿਲੇ ਲਿਖ ਸਕਦੇ ਹਾਂ, ਹੀ ਲੈਫਟ ਦਾ ਜੌਬ ਬਿਕੋਜ਼ ਹੀ ਵਾਜ਼ ਅਨਹੈਪੀ ਵਿਦ ਹਿਸ ਬੌਸ, ਉਹਨੇ ਨੌਕਰੀ ਛੱਡ ਦਿੱਤੀ ਕਿਉਂਕਿ ਆਪਣੇ ਬੌਸ ਨਾਲ ਨਾ ਖੁਸ਼ ਸੀ। he left the job since he was unhappy with his boss, he left the job as he was unhappy with his boss। ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੀਆਂ ਐਕਸਰਸਾਈਜ਼ਸ 12 and 13 ਜਿਹਦੇ 'ਚ ਅਸੀਂ 10-10 ਸੈਂਟੈਂਸ ਕੀਤੇ, ਇਹਨਾਂ ਨੂੰ ਤੁਸੀਂ ਉਲਟਾ ਕਰਕੇ ਵੀ ਕਰ ਸਕਦੇ ਹੋ। ਆਨਸਰਸ ਨੂੰ ਕੁਐਸਚਨ ਬਣਾ ਲਓ ਤੇ ਜਿਹੜੀ ਤੁਹਾਡੀ ਫਿਰ ਇਹ ਹੈਗੀ ਹੈ ਕੁਐਸਚਨ, ਇਹ ਤੁਹਾਡਾ ਆਨਸਰ ਬਣ ਜਾਏਗਾ। ਅਰਥਾਤ ਅਸੀਂ ਕੀਤਾ ਕੰਪਾਊਂਡ ਟੂ ਕੰਪਲੈਕਸ। ਤੁਸੀਂ ਇਸੀ ਐਕਸਰਸਾਈਜ਼ ਨੂੰ ਆਪਣੀ ਐਕਸਰਸਾਈਜ਼ ਬਣਾ ਲਓ। ਤੁਸੀਂ ਇਹ ਮੰਨ ਲਓ ਕਿ ਇਹ ਤੁਹਾਡੇ ਹੈਗੇ ਨੇ ਸਵਾਲ ਜਿਹੜੇ ਬੋਲਡ ਵਿੱਚ ਨੇ ਤੇ ਇਹ ਜਵਾਬ ਆ ਜਾਏਗਾ, ਇਹਦਾ ਉਲਟਾ ਕਰ ਲਓ। ਅਰਥਾਤ ਟਰਾਈ ਪ੍ਰੈਕਟਿਸਿੰਗ ਕੰਪਲੈਕਸ ਸੈਂਟੈਂਸਿਸ ਟੂ ਕੰਪਾਊਂਡ ਸੈਂਟੈਂਸਿਸ, ਇਹ ਨਾਲ ਤੁਹਾਡਾ ਦੋਹਰਾ ਕੰਮ ਹੋ ਜਾਏਗਾ ਤੇ ਤੁਹਾਡੀ ਮੁਹਾਰਤ ਬੜੀ ਜ਼ਬਰਦਸਤ ਹੋ ਜਾਏਗੀ। ਸੋ ਪਿਆਰੇ ਵਿਦਿਆਰਥੀਓ, ਇਸੇ ਤਰ੍ਹਾਂ ਮਨ ਲਗਾ ਕੇ, ਨੇਮ ਦੇ ਨਾਲ, ਉਤਸ਼ਾਹ ਦੇ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।